ਹੁਣ ਸੁਣੋ ਸਟੂਡੀਓ 7 ਐਕਸਕਲੂਸਿਵਲੀ ਔਨ ਸਪੋਟੀਫਾਈ। ਸਪੋਟੀਫਾਈ ਐਪ ਨੂੰ ਡਾਊਨਲੋਡ ਕਰੋ ਅਤੇ ਬੀ ਸੋਸ਼ਲ ਪੋਡਕਾਸਟ ਨੂੰ ਫੋਲੋ ਕਰੋ। ਤੁਸੀਂ ਸੁਣ ਰਹੇ ਹੋ ਬੀ ਸੋਸ਼ਲ ਪੋਡਕਾਸਟ ਦੀ ਪੇਸ਼ਕਸ਼ ਸਟੂਡੀਓ 7। ਅੱਜ ਦੇ ਸਟੂਡੀਓ 7 ਵਿੱਚ ਤੁਸੀਂ ਸੁਣਨ ਜਾ ਰਹੇ ਹੋ ਗੁਲਜ਼ਾਰ ਸਿੰਘ ਸੰਧੂ ਹੋਰਾਂ ਦੀ ਲਿਖੀ ਕਹਾਣੀ ਲੋਰੀ। ਹੌਸਟਲ ਦੀਆਂ ਨੌਜਵਾਨ ਕੁੜੀਆਂ ਨਵੇਂ ਸਾਲ ਦੀ ਸ਼ਾਮ ਮਨਾਉਣ ਵਾਸਤੇ ਹੌਸਟਲ ਦੇ ਸ਼ਾਂਤੀ ਸਥਾਨ ਵਿੱਚ ਬੈਠੀਆਂ ਸਨ। ਉਹ ਕੁੜੀਆਂ ਜਿਨ੍ਹਾਂ ਦੇ ਪ੍ਰੇਮੀ ਆ ਗਏ ਸਨ, ਤਾਰਿਆਂ ਦੀ ਲੋ ਵਿੱਚ ਸੈਰ ਕਰਨ ਨਿਕਲ ਗਈਆਂ ਸਨ। ਇਹਨਾਂ ਤੋਂ ਥੋੜ੍ਹੀ ਜਿੰਨੀ ਵਿੱਥ ਉੱਤੇ ਵਿਧਵਾ ਤੇ ਵੱਡ ਕੁਆਰੀਆਂ ਕੁੜੀਆਂ ਕੁਝ ਸਾਂਝੇ ਕੰਮਾਂ ਲਈ ਲੜਨ ਦੇ ਫੈਸਲੇ ਕਰ ਰਹੀਆਂ ਸਨ। ਹਸਪਤਾਲਾਂ ਵਿੱਚ ਕੰਮ ਕਰਨ ਵਾਲੀਆਂ ਨਰਸਾਂ ਤੇ ਹਵਾਈ ਜਹਾਜ਼ਾਂ 'ਤੇ ਕੰਮ ਕਰਨ ਵਾਲੀਆਂ ਪੌਣ ਕੁੜੀਆਂ ਗੱਲਾਂ ਕਰਦੀਆਂ ਖਿੜਖਿੜਾ ਕੇ ਹੱਸ ਰਹੀਆਂ ਸਨ। ਸ਼ਾਇਦ ਵਿਆਹ ਕਰਵਾਉਣ ਦੀ ਆਗਿਆ ਮੰਗਣ ਦਾ ਮਤਾ ਪਾ ਰਹੀਆਂ ਹੋਣ। ਬੇਦੋਸਤ ਕੁੜੀਆਂ ਦੋਸਤਾਂ ਵਾਲੀਆਂ ਤੋਂ ਦੁਖੀ ਸਨ। ਮਨੋਰਮਾ ਦਾ ਇਸ ਵਾਯੂਮੰਡਲ ਵਿੱਚ ਦਮ ਘੁੱਟਣ ਲੱਗਿਆ। ਉਸਨੂੰ ਇਹਨਾਂ ਈਰਖਾ ਤੇ ਵਿਸ਼ਾਦ ਭਰੀਆਂ ਗੱਲਾਂ ਵਿੱਚੋਂ ਕੋਈ ਸਵਾਦ ਨਹੀਂ ਸੀ ਆ ਰਿਹਾ। ਉਹ ਦਿਨ ਭਰ ਦਾ ਮਾਣਿਆ ਸਵਾਦ ਕਿਰਕਿਰਾ ਨਹੀਂ ਸੀ ਕਰਨਾ ਚਾਹੁੰਦੀ। ਉਸ ਦਾ ਦਿਨ ਬਹੁਤ ਸੋਹਣਾ ਲੰਘਿਆ ਸੀ, ਪਰ ਹੁਣ ਦਿਨ ਦੀ ਖੁਸ਼ੀ ਤਰਕਾਲਾਂ ਦੀ ਸੁੰਨ ਦੇ ਨਾਲ ਗਮੀ ਵਿੱਚ ਢਲਦੀ ਜਾ ਰਹੀ ਸੀ। ਖਾਸ ਕਰਕੇ ਉਦੋਂ ਜਦ ਬਾਕੀ ਸਾਰੀਆਂ ਕੁੜੀਆਂ ਆਪਣੇ ਆਪਣੇ ਸਾਥੀਆਂ ਨਾਲ ਬਾਹਰ ਚਲੀਆਂ ਗਈਆਂ ਸਨ ਤੇ ਰਹਿੰਦੀਆਂ ਕੁੜੀਆਂ ਟੈਲੀਫੋਨ ਦੇ ਸਿਰਹਾਣੇ ਬੈਠ ਕੇ ਰਾਤ ਦਾ ਖਾਣਾ ਜਾਂ ਰਾਤ ਦੀ ਸੈਰ ਦਾ ਪ੍ਰੋਗਰਾਮ ਬਣਾ ਰਹੀਆਂ ਸਨ। ਮਨੋਰਮਾ ਨੂੰ ਇਹਨਾਂ ਤਿਤਲੀਆਂ ਦਾ ਉੱਡਣਾ ਪਸੰਦ ਨਹੀਂ ਸੀ। ਇਸ ਵਿੱਚ ਇੱਕ ਤਰ੍ਹਾਂ ਦਾ ਬਚਪਨਾ ਸੀ। ਅਸਲ ਵਿੱਚ ਉਹ ਆਪ ਇਸ ਬਚਪਨ ਲਈ ਪ੍ਰੇਰੇ ਜਾਣ ਤੋਂ ਡਰ ਰਹੀ ਸੀ। ਮਨੋਰਮਾ ਉਦਾਸ ਹੋਣ ਦੇ ਡਰ ਨਾਲ ਸਹਿਮੀ ਹੋਈ ਸੀ। ਅਸਲ ਵਿੱਚ ਉਹ ਉਹਨਾਂ ਦੋ ਮੁੰਡਿਆਂ ਦੀ ਯਾਦ ਤੋਂ ਬਚਣਾ ਚਾਹੁੰਦੀ ਸੀ ਜਿਹੜੇ ਪਿਛਲਾ ਸਾਰਾ ਵਰ੍ਹਾ ਇੰਨੀ ਕੋਸ਼ਿਸ਼ ਨਾਲ ਉਸਨੂੰ ਜਿੱਤਣਾ ਚਾਹੁੰਦੇ ਸਨ ਕਿ ਮਨੋਰਮਾ ਨੂੰ ਆਪਣੀ ਉਮਰ 10 ਵਰ੍ਹੇ ਛੋਟੀ ਲੱਗਣ ਲੱਗ ਪਈ ਸੀ। ਕਿੰਨੀ ਅਕਲ ਤੇ ਹਲੀਮੀ ਨਾਲ ਉਹਨਾਂ ਨੇ ਆਪਣੇ ਆਪ ਨੂੰ ਇੱਕ ਦੂਜੇ ਤੋਂ ਸੋਹਣਾ ਦਰਸਾਉਣ ਦੇ ਯਤਨ ਕੀਤੇ ਸਨ। ਖਾਸ ਕਰਕੇ ਉਹਨਾਂ ਵਿੱਚੋਂ ਰੰਜਨ ਨੇ। ਉਹ ਆਪਣੀ ਉਸ ਮਾਣ ਨੂੰ ਚੇਤੇ ਨਹੀਂ ਸੀ ਕਰਨਾ ਚਾਹੁੰਦੀ ਜਿਸ ਨੇ ਕੰਢਿਆਂ ਤੱਕ ਉਛਲਦੇ ਪਿਆਲੇ ਨੂੰ ਮੂੰਹ ਨਹੀਂ ਸੀ ਲੱਗਣ ਦਿੱਤਾ। ਰੰਜਨ ਦੇ ਕੋਮਲ ਭਾਵਾਂ ਨੂੰ ਚੁਭਾ ਕੇ ਉਸਨੇ ਕੀ ਖੱਟਿਆ ਸੀ? ਆਪਣੇ ਆਪ ਨੂੰ ਮਫਰੂਰ ਅਖਵਾ ਕੇ ਉਹ ਕੀ ਬਣ ਗਈ ਸੀ? ਉਸ ਦੀਆਂ ਸਾਰੀਆਂ ਸਹੇਲੀਆਂ ਵਿਆਹ ਕਰਾ ਕੇ ਆਪਣੇ ਘਰ ਵਸ ਰਹੀਆਂ ਸਨ। ਸਰਲਾ ਨੂੰ ਗ੍ਰੈਸਤ ਦੀਆਂ ਸਿਫਤਾਂ ਸੁਣਾਉਂਦਿਆਂ ਸਾਹ ਚੜ੍ਹ ਜਾਂਦਾ ਸੀ। ਉਸ ਤੋਂ ਛੋਟੀ ਆਪਣੇ ਪਤੀ ਦੀਆਂ ਇੰਨੀਆਂ ਸਿਫਤਾਂ ਕਰਦੀ ਸੀ ਜਿਵੇਂ ਉਸਨੂੰ ਭਗਵਾਨ ਮਿਲ ਗਿਆ ਹੋਵੇ। ਮਨੋਰਮਾ ਇਸ ਤਰ੍ਹਾਂ ਨਹੀਂ ਸੀ ਸੋਚਣਾ ਚਾਹੁੰਦੀ। ਇਹਨਾਂ ਸੋਚਾਂ ਵਿੱਚ ਕੀ ਪਿਆ ਸੀ? ਉਹ ਉਦਾਸ ਹੋਣ ਤੋਂ ਡਰ ਰਹੀ ਸੀ। ਅੱਜ ਦੀ ਸ਼ਾਮ ਉਸ ਦਾ ਕਿਸੇ ਨੂੰ ਚੇਤੇ ਕਰਨ ਨੂੰ ਜੀ ਨਹੀਂ ਸੀ ਕਰ ਰਿਹਾ। ਮਨੋਰਮਾ ਨੂੰ ਡਰ ਸੀ ਕਿ ਜੇ ਉਹ ਇਸੇ ਤਰ੍ਹਾਂ ਨਿਰਾਸ਼ ਬੈਠੀ ਰਹੀ ਤਾਂ ਉਸਨੂੰ ਰੰਜਨ ਚੇਤੇ ਆ ਜਾਏਗਾ ਤੇ ਉਹ ਰੰਜਨ ਦਾ ਖਿਆਲ ਆਪਣੇ ਨੇੜਿਓਂ ਨਹੀਂ ਸੀ ਲੰਘਣ ਦੇਣਾ ਚਾਹੁੰਦੀ। ਉਹ ਇਹਨਾਂ ਸੋਚਾਂ ਵਿੱਚ ਡੁੱਬੀ ਅਖਬਾਰ ਦੇ ਪੰਨੇ ਪਰਤ ਰਹੀ ਸੀ ਕਿ ਹੌਸਟਲ ਦਾ ਚਪੜਾਸੀ ਰੰਜਨ ਦੀ ਪਾਤੀ ਲੈ ਕੇ ਆ ਗਿਆ। ਮਨੋਰਮਾ ਨੇ ਬਿਨਾਂ ਕੋਈ ਉੱਤਰ ਦਿੱਤਿਆਂ ਪਾਤੀ ਜੇਬ ਵਿੱਚ ਪਾ ਲਈ। ਉਸ ਨੂੰ ਰੰਜਨ ਦੇ ਆਉਣ ਦੀ ਕੋਈ ਖੁਸ਼ੀ ਨਹੀਂ ਸੀ ਹੋਈ। ਉਸ ਦੇ ਸੱਜੇ ਪਾਸੇ ਤਿਤਲੀਆਂ ਉੱਡ ਰਹੀਆਂ ਸਨ, ਪਰ ਉਹ ਚੁੱਪ-ਚਾਪ ਅਖਬਾਰ ਦੇ ਵਰਕੇ ਪਰਤ ਰਹੀ ਸੀ। ਕੀ ਹੋ ਗਿਆ ਸੀ ਉਸਨੂੰ? ਕੀ ਉਹ ਬੁੱਢੀ ਹੋ ਗਈ ਸੀ? ਪਰ ਬੁੱਢਿਆਂ ਹੋ ਕੇ ਕਿਹੜਾ ਆਉਣ ਵਾਲਿਆਂ ਨੂੰ ਮਿਲਣੋਂ ਹਟ ਜਾਈਦਾ? ਮਨੋਰਮਾ ਨੂੰ ਇਹ ਵੀ ਪਤਾ ਸੀ ਕਿ ਰੰਜਨ ਕੀ ਕਹਿਣ ਆਇਆ ਸੀ। ਉਹ ਜਾਣਦੀ ਸੀ ਕਿ ਰੰਜਨ ਉਸ ਤੋਂ ਅੰਤਮ ਹਾਂ ਜਾਂ ਨਾ ਲੈਣ ਆਇਆ ਸੀ। ਆਖਿਰ ਉਹ ਕਿੰਨੀ ਕੁ ਦੇਰ ਉਡੀਕ ਸਕਦਾ ਸੀ? ਕਦੋਂ ਤੱਕ ਉਹ ਏਡਾ ਵੱਡਾ ਭਾਰ ਆਪਣੇ ਮਨ ਉੱਤੇ ਰੱਖ ਕੇ ਫਿਰ ਸਕਦਾ ਸੀ? ਮਨੋਰਮਾ ਵੀ ਉਸਨੂੰ ਇਸ ਅਵਸਥਾ ਵਿੱਚੋਂ ਕੱਢ ਹੀ ਦੇਣਾ ਚਾਹੁੰਦੀ ਸੀ, ਪਰ ਮਨੋਰਮਾ ਉਦਾਸ ਨਹੀਂ ਸੀ ਹੋਣਾ ਚਾਹੁੰਦੀ। ਉਹ ਡਰ ਰਹੀ ਸੀ। ਇਸ ਡਰ ਤੋਂ ਸਹਿਮ ਦੀ ਅਵਸਥਾ ਨੇ ਮਨੋਰਮਾ ਨੂੰ ਠੰਡੀ ਅੱਖ ਕਰ ਛੱਡਿਆ ਸੀ। ਇੰਨੀ ਠੰਡੀ ਕਿ ਜਦੋਂ ਹੌਸਲਾ ਜਿਹਾ ਕਰਕੇ ਉਹ ਰੰਜਨ ਨੂੰ ਮਿਲੀ ਵੀ ਤਾਂ ਉਸਨੇ ਬੜੀਆਂ ਰੁੱਖੀਆਂ ਗੱਲਾਂ ਕੀਤੀਆਂ ਸਨ। ਇੰਨੀਆਂ ਰੁੱਖੀਆਂ ਜਿਵੇਂ ਉਹ ਰੰਜਨ ਨੂੰ ਪਹਿਲੀ ਵਾਰ ਮਿਲੀ ਹੋਵੇ। ਉਸ ਦੀਆਂ ਗੱਲਾਂ ਵਿੱਚ ਇੰਨੀ ਬੇਰੁਖੀ ਸੀ ਕਿ ਰੰਜਨ ਨੇ ਜੋ ਕੁਝ ਕਹਿਣਾ ਸੀ ਉਹ ਭੁੱਲ ਗਿਆ ਸੀ। ਰੰਜਨ ਦੇ ਮੂੰਹ ਵਿੱਚ ਜਵਾਨ ਨਹੀਂ ਸੀ ਰਹੀ। ਮਨੋਰਮਾ ਦੀ ਬੇਰੁਖੀ ਰੰਜਨ ਦਾ ਹੌਸਲਾ ਪੀ ਗਈ। ਇਸਤਰੀ ਦੀ ਬੇਰੁਖੀ
ਤੇ ਮਰਦ ਦਾ ਹੌਸਲਾ। ਪਰ ਮਨੋਰਮਾ ਨੂੰ ਇਸ ਗੱਲ ਦੀ ਕੋਈ ਖੁਸ਼ੀ ਨਹੀਂ ਸੀ। ਉਹ ਮਰਦ ਨੂੰ ਇੰਨਾ ਬੇਹੌਸਲਾ ਵੀ ਨਹੀਂ ਸੀ ਵੇਖਣਾ ਚਾਹੁੰਦੀ। ਰੰਜਨ ਨੇ ਥਥਲਾਈ ਆਵਾਜ਼ ਵਿੱਚ ਮਨੋਰਮਾ ਨੂੰ ਕੁਝ ਕਿਹਾ ਹੀ ਸੀ ਕਿ ਮਨੋਰਮਾ ਦੇ ਮੂੰਹੋਂ ਹਾਂ ਨਿਕਲ ਗਈ। ਮਨੋਰਮਾ ਦੇ ਹਾਂ ਕਹਿਣ ਦੀ ਢਿੱਲ ਸੀ ਕਿ ਦੋਵੇਂ ਚੁੱਪ ਹੋ ਗਏ। ਹਾਂ ਤੋਂ ਅੱਗੇ ਹੋਰ ਕੋਈ ਗੱਲ ਹੀ ਨਹੀਂ ਸੀ। ਇੱਕ ਲੰਬੇ ਸਮੇਂ ਦੀ ਖਿੱਚੋਤਾਣ ਖਤਮ ਹੋ ਗਈ ਸੀ, ਜਿਵੇਂ ਦੋਹਾਂ ਧਿਰਾਂ ਦੇ ਹੱਥੋਂ ਹਥਿਆਰ ਛੁਟਕ ਗਏ ਹੋਣ। ਹੁਣ ਕੁਝ ਕਰਨ ਲਈ ਨਹੀਂ ਸੀ ਰਿਹਾ। ਇੱਕ ਇਹੋ ਜਿਹੀ ਘਟਨਾ ਸੀ ਜਿਸ ਵਿੱਚ ਦੋਹਾਂ ਧਿਰਾਂ ਦੀ ਹਾਰ ਸੀ। ਰੰਜਨ ਹਾਂ ਸੁਣ ਕੇ ਹੋਰ ਬੇਹੌਸਲਾ ਹੋ ਗਿਆ ਸੀ। ਮਨੋਰਮਾ ਹਾਂ ਕਹਿ ਕੇ ਬਲਹੀਣ ਹੋ ਗਈ, ਜਿਵੇਂ ਉਸ ਦੇ ਮੂੰਹੋਂ ਹਾਂ ਨਿਕਲ ਜਾਣ ਨਾਲ ਉਸ ਦੀ ਸਾਰੀ ਸ਼ਕਤੀ ਸਮਾਪਤ ਹੋ ਗਈ ਹੋਵੇ। ਰੰਜਨ ਗੇਟ ਦੇ ਬਾਹਰੋਂ ਹੀ ਮੁੜ ਗਿਆ ਤੇ ਮਨੋਰਮਾ ਚੁੱਪਚਾਪ ਅੰਦਰ ਚਲੀ ਗਈ। ਮਨੋਰਮਾ ਅੰਦਰ ਆ ਕੇ ਬਿਸਤਰੇ 'ਤੇ ਪੈ ਗਈ। ਉਸ ਦਾ ਖਿਆਲ ਸੀ ਕਿ ਉਸ ਨੂੰ ਨੀਂਦ ਆ ਜਾਵੇਗੀ, ਪਰ ਇੱਕ ਨਿੱਕੀ ਜਿੰਨੀ ਹਾਂ ਦੀ ਠੰਡ ਨੇ ਉਸ ਦੀ ਨੀਂਦ ਦਾ ਨਿੱਘ ਵੀ ਖੋਹ ਲਿਆ ਸੀ। ਉਸ ਲਈ ਬਿਸਤਰੇ 'ਤੇ ਪੈਣਾ ਵੀ ਮੁਸ਼ਕਿਲ ਹੋ ਰਿਹਾ ਸੀ। ਉਹ ਜਿਸ ਗੱਲ ਤੋਂ ਡਰਦੀ ਸੀ ਉਹੀ ਹੋ ਗਈ ਸੀ। ਪਰ ਕੀ ਇਹ ਠੰਡ ਨਵੇਂ ਜੀਵਨ ਦਾ ਆਰੰਭ ਸੀ ਕਿ ਉਸ ਦੀ ਆਉਣ ਵਾਲੀ ਜ਼ਿੰਦਗੀ ਵਿੱਚੋਂ ਨਿੱਘ ਮਰ ਗਿਆ ਸੀ? ਮਨੋਰਮਾ ਉਦਾਸ ਹੁੰਦੀ ਜਾ ਰਹੀ ਸੀ। ਤੜਕੇ ਦੇ 4 ਵੱਜ ਗਏ, ਪਰ ਮਨੋਰਮਾ ਨੂੰ ਨੀਂਦ ਨਹੀਂ ਸੀ ਆ ਰਹੀ। ਉਸ ਦਾ ਜੀਅ ਕੀਤਾ ਕਿ ਉਹ ਬਾਹਰ ਜਾ ਕੇ ਥੋੜ੍ਹੀ ਦੇਰ ਸੈਰ ਕਰ ਆਵੇ, ਪਰ ਸਿਆਲ ਦੇ ਮਹੀਨੇ ਇੰਨੀ ਸਵੇਰੇ ਸੈਰ ਕਰਨ ਕੌਣ ਜਾਂਦਾ ਹੈ, ਖਾਸ ਕਰਕੇ ਔਰਤ। ਅੱਜ ਤਾਂ ਉਂਝ ਵੀ ਹੌਸਟਲ ਦੀਆਂ ਕੁੜੀਆਂ ਚਿਰਾਕੀਆਂ ਸੁੱਤੀਆਂ ਸਨ। ਉਹਨਾਂ ਨੂੰ ਦੇਰ ਨਾਲ ਉੱਠਣਾ ਚਾਹੀਦਾ ਸੀ। ਉਸ ਦੇ ਕਮਰੇ ਵਾਲੀ ਦੂਜੀ ਕੁੜੀ ਉਸ ਤੋਂ ਪਿੱਛੇ ਆ ਕੇ ਘੂਕ ਸੌਂ ਗਈ ਸੀ। ਉਹ ਮੁੜ ਬਿਸਤਰੇ 'ਤੇ ਪੈ ਗਈ। ਮਨੋਰਮਾ ਨੂੰ ਸਮਝ ਨਹੀਂ ਸੀ ਪੈ ਰਹੀ ਕਿ ਉਹ ਇੰਨੀ ਉਦਾਸ ਕਿਉਂ ਸੀ। ਕੋਈ ਏਡੀ ਅਣਚਾਹੀ ਗੱਲ ਨਹੀਂ ਸੀ ਹੋਈ। ਕਿੰਨੇ ਸਮੇਂ ਤੋਂ ਰੰਜਨ ਨੂੰ ਆਪਣਾ ਬਣਾਉਣ ਦੇ ਯਤਨ ਕਰ ਰਹੀ ਸੀ ਤੇ ਅੱਜ ਉਹ ਉਸ ਦਾ ਆਪਣਾ ਹੋ ਗਿਆ ਸੀ। ਤਾਂ ਇਸ ਵਿੱਚ ਅਣਹੋਣੀ ਕੀ ਸੀ? ਉਹ ਆਪਣੀ ਇਸ ਜਿੱਤ ਨੂੰ ਹਾਰ ਕਿਉਂ ਸਮਝ ਰਹੀ ਸੀ? ਉਸ ਦਾ ਮਨ ਗਮੀ ਤੇ ਖੁਸ਼ੀ ਦੇ ਮਿਸ਼ਰਤ ਭਾਵਾਂ ਨਾਲ ਭਰ ਆਇਆ। ਮਨੋਰਮਾ ਦਾ ਜੀ ਉੱਚੀ ਉੱਚੀ ਰੋਣ ਨੂੰ ਕਰਦਾ ਸੀ। ਅਚਾਨਕ ਹੀ ਉਸ ਦੇ ਅੰਦਰੋਂ ਇੱਕ ਗੱਜ ਉੱਠਿਆ ਤੇ ਉਸ ਦੇ ਗਲੇ ਵਿੱਚ ਆ ਕੇ ਰੁਕ ਗਿਆ। ਐਨ ਇਸੇ ਸਮੇਂ ਉਸ ਦੀਆਂ ਅੱਖਾਂ ਵਿੱਚ ਸੇਜਲ ਆ ਗਈ। ਉਸ ਤੋਂ ਮਿਸ਼ਰਤ ਜਿਹਾ ਰੋਣ ਰੋਕਿਆ ਨਹੀਂ ਸੀ ਜਾਂਦਾ। ਉਹ ਜਿਸ ਗੱਲ ਤੋਂ ਡਰ ਰਹੀ ਸੀ ਉਹ ਹੋ ਗਈ ਸੀ। ਉਹ ਸੁੱਤੇ ਸਿੱਧ ਹੀ ਗ੍ਰਹਿਸਤ ਪ੍ਰਵਾਨ ਕਰ ਬੈਠੀ ਸੀ। ਦਿਲ ਹੀ ਤੋ ਹੈ ਨਾ ਸੰਗੋ ਖਿਸ਼ਤ। ਉਸ ਦੇ ਗੱਚ ਭਰੇ ਗਲੇ ਵਿੱਚੋਂ ਭਰੜਾਈ ਜਿਹੀ ਆਵਾਜ਼ ਨਿਕਲੀ। ਦਰਦ ਸੇ ਭਰਨਾ ਆਏ ਕਿਉਂ? ਉਸ ਦੀ ਭੁੱਬ ਨਿਕਲ ਗਈ। ਉਹ ਕਦੀ ਪਿਆਰ ਦੀ ਅਵਸਥਾ ਵਿੱਚ ਇੰਨੀ ਬੌਰੀ ਨਹੀਂ ਸੀ ਹੋਈ। ਰੋਏਂਗੇ ਹਮ ਹਜ਼ਾਰ ਬਾਰ ਕੋਈ ਹਮੇ ਹਟਾਏ ਕਿਉਂ? ਉਹ ਗਾਲਿਬ ਦੇ ਸ਼ੇਰ ਦੀ ਲੋਰੀ ਨੂੰ ਮੁੜ ਮੁੜ ਦੁਹਰਾਉਂਦੀ ਅਤੇ ਹਟਕੋਰੇ ਲੈਂਦੀ ਸੌਂ ਗਈ ਸੀ।